ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਿਰਤਨ ਕੋ ਧਨ ਤੇਰੋ ਨਾਉ, ਨਿਥਾਵੈ ਕੋ ਨਾਉ ਤੇਰਾ ਥਾਉ। ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਹ ਬੋਦਾਨ। ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਆਪਣੀ ਗਤ ਮਿਤ ਜਾਣੋ ਆਪੇ, ਆਪਨ ਸੰਗ ਆਪ ਪ੍ਰਭ ਰਾਤੇ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨ ਜਾਣਸ ਕੋਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨ ਜਾਣਸ ਕੋਏ। ਪਰਮ ਸਤਿਕਾਰਯੋਗ ਹਾਜ਼ਰ ਨਾਜ਼ਰ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਰਿਆਂ ਤੇ ਮਿਹਰ ਕੀਤੀ, ਤਰਸ ਕੀਤਾ। ਜੋ ਕਿ ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਗੁਰਦੁਆਰਾ ਮਿੱਠਾਸਰ ਸਾਹਿਬ ਜਿਸ ਪਾਵਨ ਧਰਤੀ ਤੇ, ਜਿਸ ਪਾਵਨ ਅਸਥਾਨ ਤੇ ਬ੍ਰਹਮ ਗਿਆਨੀ ਬਾਬਾ ਠਾਕਰ ਸਿੰਘ ਜੀ ਮਹਾਂਪੁਰਸ਼ ਸੱਚਖੰਡ ਵਾਸੀ, ਉਹਨਾਂ ਦੇ ਬਚਨਾਂ ਦੇ ਅਨੁਸਾਰ ਜੋ ਉਹਨਾਂ ਨੇ ਇਸ ਨਗਰ ਵਿੱਚ ਆਣ ਕੇ ਬਚਨ ਕੀਤੇ, ਉਹਨਾਂ ਬਚਨਾਂ ਦੇ ਅਨੁਸਾਰ ਇਸ ਪਾਵਨ ਪਵਿੱਤਰ ਧਰਤੀ ਤੇ, ਇਸ ਸਥਾਨ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਜਗਤ ਮਾਤਾ ਗੰਗਾ ਜੀ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਅਤੇ ਹੋਰ ਬ੍ਰਹਮ ਗਿਆਨੀ ਗੁਰਸਿੱਖਾਂ ਮਹਾਂਪੁਰਸ਼ਾਂ ਦੇ ਚਰਨ ਪਏ ਹੋਏ ਹਨ। ਆਖੋ ਸਤਨਾਮ। ਉਹਨਾਂ ਮਹਾਨ ਪਾਵਨ ਪਵਿੱਤਰ ਅਸਥਾਨਾਂ ਤੇ ਜਿਹੜੇ ਬ੍ਰਹਮ ਗਿਆਨੀ ਬਾਬਾ ਠਾਕਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਮਹਾਂਪੁਰਸ਼ਾਂ ਨੇ, ਜਿਨ੍ਹਾਂ ਦੇ ਬਾਬਤ ਬਚਨ ਕੀਤੇ ਕਿ ਇਸ ਅਸਥਾਨ ਤੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਗੁਰੂ ਕੇ ਮਹਿਲ ਜਗਤ ਮਾਤਾ ਗੰਗਾ ਜੀਆਂ ਦੇ ਅਤੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਚਰਨ ਪਏ ਜਦੋਂ ਇਸ ਨਗਰ ਵਿੱਚ ਸਤਿਗੁਰੂ ਜੀ ਆਏ। ਪਰ ਸਾਡੇ ਵੱਡੇ ਬਜ਼ੁਰਗਾਂ ਦੇ ਕੋਲੋਂ ਸਤਿਗੁਰਾਂ ਦੀ ਸੇਵਾ ਨਾ ਹੋਈ, ਟਹਿਲ ਨਾ ਹੋਈ। ਸਤਿਗੁਰੂ ਜੀ ਅੱਗੇ ਚੱਲ ਗਏ ਤੇ ਮਹਾਂਪੁਰਸ਼ਾਂ ਨੇ ਇਸ ਨਗਰ ਦੀਆਂ ਜੋ ਵੱਡੇ ਬਜ਼ੁਰਗਾਂ ਦੇ ਕੋਲੋਂ ਹੋਈਆਂ ਭੁੱਲਾਂ ਨੂੰ ਬਖਸ਼ਾਇਆ ਤੇ ਨਗਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ, ਸਰਬੱਤ ਦੇ ਭਲੇ ਵਾਸਤੇ ਅਰਦਾਸ ਬੇਨਤੀ ਕੀਤੀ। ਪੰਜਾਂ ਪਿਆਰਿਆਂ ਦੇ ਕੋਲੋਂ ਅਰਦਾਸ ਬੇਨਤੀ ਕਰਵਾਈ, ਜਿਨ੍ਹਾਂ ਵਿੱਚ ਬ੍ਰਹਮ ਗਿਆਨੀ ਬਾਬਾ ਠਾਕਰ ਸਿੰਘ ਜੀ ਆਪ ਖੜੇ ਹੋਏ
ਤੇ ਅਰਦਾਸ ਤੋਂ ਬਾਅਦ ਜੋ ਹੁਕਮਨਾਮਾ ਆਇਆ ਉਸ ਹੁਕਮਨਾਮੇ ਦੇ ਪਹਿਲੇ ਅੱਖਰ ਤੇ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਮਿੱਠਾ ਸਰ ਰੱਖਿਆ। ਤੇ ਮਹਾਂਪੁਰਸ਼ਾਂ ਨੇ ਬਚਨ ਕੀਤਾ ਸੀ ਕਿ ਪੰਜਵੇਂ ਪਾਤਸ਼ਾਹ ਜੀਆਂ ਦੇ ਨਾਂ ਤੇ 5 ਮੰਜ਼ਲਾ ਅਸਥਾਨ ਬਣਾਓ, ਨਗਰ ਦੀ ਚੜ੍ਹਦੀ ਕਲਾ ਹੋਵੇਗੀ। ਜਿਸ ਦਿਨ ਤੋਂ ਇਸ ਸਥਾਨ ਦੀ ਨੀਂਹ ਰੱਖੀ ਗਈ, ਨਗਰ ਦੀ ਜੋ ਚੜ੍ਹਦੀ ਕਲਾ ਹੋਣੀ ਸ਼ੁਰੂ ਹੋਈ, ਬਖਸ਼ਿਸ਼ਾਂ ਰਹਿਮਤਾਂ ਹੋਈਆਂ। ਤੇ ਉਹਨਾਂ ਦੇ ਬਚਨਾਂ ਦੇ ਅਨੁਸਾਰ ਹਰ ਸਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਵਿਆਹ ਗੁਰਪੁਰਬ ਇਸ ਸਥਾਨ ਤੇ ਬੜੇ ਸ਼ਰਧਾ ਭਾਵਨਾ ਦੇ ਨਾਲ ਨਗਰ ਦੀਆਂ ਸੰਗਤਾਂ, ਅਮਰੀਕਾ ਦੀਆਂ ਸੰਗਤਾਂ ਰਲ ਕੇ ਮਨਾਉਂਦੀਆਂ ਹਨ। ਜਿਹਦੇ ਸੰਬੰਧ ਵਿੱਚ ਐਤਵਾਰ ਨਗਰ ਕੀਰਤਨ ਇਸ ਸਥਾਨ ਤੋਂ ਪਾਵਨ ਪਵਿੱਤਰ ਸਥਾਨ ਮੌੜ ਸਾਹਿਬ ਵਿਖੇ ਪਹੁੰਚਿਆ। ਸੋਮਵਾਰ ਪਰਸੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਏ, ਅੱਜ ਭੋਗ ਪਾਏ ਗਏ ਹਨ। ਤੇ ਆਓ ਸਤਿਗੁਰੂ ਪਾਤਸ਼ਾਹ ਜੀਆਂ ਦੇ ਵਿਆਹ ਗੁਰਪੁਰਬ ਆਪਾਂ ਮਨਾ ਰਹੇ ਹਾਂ। ਤੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਇਹਨਾਂ ਹੀ ਲਫ਼ਜ਼ਾਂ ਦੇ ਦੁਆਰਾ, ਕਿਉਂਕਿ ਮੇਰੇ ਸੱਚੇ ਪਾਤਸ਼ਾਹ ਜੀਆਂ ਨੇ ਹਰ ਤਰੀਕੇ ਦੇ ਨਾਲ ਪਰਮਾਤਮਾ ਦੇ ਨਾਲ ਮਿਲਾਪ ਵਾਸਤੇ ਆਪਾਂ ਨੂੰ ਸੋਝੀ ਪਾਈ। ਜਿੱਥੇ ਸੰਸਾਰ ਦੇ ਅੰਦਰ ਅਸੀਂ ਵਿਆਹ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਜਾਣੂ ਹਾਂ ਕਿ ਵਿਆਹ ਦੀ ਖੁਸ਼ੀ ਕਿੰਨੀ ਵੱਡੀ ਖੁਸ਼ੀ ਹੁੰਦੀ ਹੈ। ਤੇ ਵਿਆਹ ਇੱਕ ਦੋ ਸਰੀਰਾਂ ਦੇ ਮੇਲ ਨੂੰ ਆਖਿਆ ਜਾਂਦਾ ਹੈ। ਤੇ ਇਸੇ ਕਰਕੇ ਸੱਚੇ ਪਾਤਸ਼ਾਹ ਜੀਆਂ ਨੇ ਵੀ ਗੁਰਬਾਣੀ ਦੇ ਵਿੱਚ ਉਸ ਆਤਮਾ ਤੇ ਪਰਮਾਤਮਾ ਦੇ ਮੇਲ ਨੂੰ ਵਿਆਹ ਆਖਿਆ ਹੈ। ਪਾਤਸ਼ਾਹ ਜੀ ਕਹਿੰਦੇ ਹਨ, ਵਿਆਹੋ ਹੁਆ ਮੇਰੇ ਬਾਬਲਾ ਗੁਰਮੁਖੀ ਹਰ ਪਾਏ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਲਫ਼ਜ਼ਾਂ ਦੁਆਰਾ ਪਰਮਾਤਮਾ ਦੀ ਗੱਲ ਸਮਝਾਉਂਦੇ ਨੇ ਜਿਨ੍ਹਾਂ ਲਫ਼ਜ਼ਾਂ ਤੋਂ ਅਸੀਂ ਚੰਗੀ ਤਰ੍ਹਾਂ ਵਾਕਫ ਹੋਈਏ, ਜਾਣੂ ਹੋਈਏ। ਉਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਨਾਮ ਦੀ ਮਹਿਮਾ ਕਰਦੇ ਨੇ, ਦੱਸਦੇ ਨੇ, ਜਿਸ ਤਰੀਕੇ ਨਾਲ ਸਾਨੂੰ ਸਮਝ ਆ ਜਾਵੇ। ਉਦਾਹਰਨ ਵਜੋਂ ਦੋ ਪੰਕਤੀਆਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸ਼ਬਦ ਦੀਆਂ ਪੜ੍ਹਨ ਲੱਗੇ, ਧਿਆਨ ਦੇ ਨਾਲ ਸਰਵਣ ਕਰਿਓ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੀ ਪਾਵਨ ਬਾਣੀ ਦੇ ਵਿੱਚ ਨਾਮ ਦੀ ਮਹਿਮਾ ਜੀਵ ਨੂੰ ਸਮਝਾਉਣ ਵਾਸਤੇ ਕਿਵੇਂ ਸੋਝੀ ਪਾਉਂਦੇ। ਸੱਚੇ ਪਾਤਸ਼ਾਹ ਕਹਿੰਦੇ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰਹਿ ਜਾਮਲ ਉਦਰੈ, ਗਣ ਕਾਹੂ ਗਤ ਪਾਈ। ਇਹਨਾਂ ਦੋ ਪੰਕਤੀਆਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨਾਮ ਦੀ ਮਹਿਮਾ ਦੱਸਦੇ ਹੋਏ ਨਾਲ ਇੱਕ ਉਹ ਦੋ ਰੂਹਾਂ ਦਾ ਵਿੱਚ ਨਾਂ ਆਇਆ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਲੋਕ ਪਾਪੀ ਦੇ ਨਾਂ ਦੇ ਨਾਲ ਜਾਣਦੇ ਨੇ। ਸਮਾਜ ਵਿੱਚ ਜਿਨ੍ਹਾਂ ਨੂੰ ਸਮਾਜ ਨੇ ਪਾਪੀ ਆਖਿਆ, ਜਾਮਲ ਨੂੰ ਅਤੇ ਗਣਕਾਂ ਨੂੰ। ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਨਾਮ ਇੱਥੇ ਤਾਂ ਵਰਤਿਆ, ਹੁਣ ਧਿਆਨ ਦਿਓ, ਉਹਨਾਂ ਦਾ ਨਾਮ ਇੱਥੇ ਕਿਉਂ ਵਰਤਿਆ? ਨਾਮ ਦੀ ਮਹਿਮਾ ਕਰਦੇ ਹੋਇਆ ਉਹਨਾਂ ਦਾ ਨਾਮ ਇਸ ਪੰਕਤੀ ਵਿੱਚ ਕਿਉਂ ਆਇਆ? ਕਿਉਂਕਿ ਕਿਸੇ ਨੂੰ ਕੋਈ ਗੱਲ ਸਮਝਾਉਣ ਦੇ ਲਈ ਉਸ ਗੱਲ ਤੋਂ ਜਾਣੂ ਵਾਕਫ ਕਰਵਾਇਆ ਜਾਂਦਾ ਜਿਸ ਗੱਲ ਤੋਂ ਚੰਗੀ ਤਰ੍ਹਾਂ ਪਹਿਲਾਂ ਵਾਕਫ ਹੋਵੇ ਉਹਨਾਂ ਲਫ਼ਜ਼ਾਂ ਦੁਆਰਾ। ਜਿਵੇਂ ਕੋਈ ਮਰੀਜ਼ ਡਾਕਟਰ ਦੇ ਕੋਲੇ ਦਵਾਈ ਲੈਣ ਗਿਆ, ਧਿਆਨ ਦਿਓ ਸਾਰੀ ਸੰਗਤ, ਕੋਈ ਮਰੀਜ਼ ਡਾਕਟਰ ਦੇ ਕੋਲੇ ਦਵਾਈ ਲੈਣ ਵਾਸਤੇ ਗਿਆ, ਉਹਨੇ ਡਾਕਟਰ ਨੂੰ ਜਾ ਕੇ ਆਪਣੀਆਂ ਬਿਮਾਰੀਆਂ ਦੱਸੀਆਂ। ਡਾਕਟਰ ਸਾਹਿਬ, ਮੈਨੂੰ ਸ਼ੂਗਰ ਵੀ ਹੈ, ਮੈਨੂੰ ਬਲੱਡ ਪ੍ਰੈਸ਼ਰ ਵੀ ਹਾਈ ਹੈ, ਮੈਨੂੰ ਬੁਖਾਰ ਵੀ ਹੈ, ਖੰਘ ਵੀ ਹੈ, ਰੇਸ਼ਾ ਵੀ ਹੈ, ਸਰੀਰ ਵਿੱਚ ਦਰਦਾਂ ਵੀ ਹੈ, ਕਈ ਬਿਮਾਰੀਆਂ ਗਣਾਈਆਂ। ਜਦੋਂ ਕਈ ਬਿਮਾਰੀਆਂ ਗਣਾਈਆਂ ਤੇ ਡਾਕਟਰ ਬੜਾ ਯੋਗ ਸੀ, ਬੜਾ ਸੂਝਵਾਨ ਸੀ, ਉਹਨੇ ਇੱਕ ਗੋਲੀ ਦਿੱਤੀ। ਬਿਮਾਰੀਆਂ ਮਰੀਜ਼ ਨੇ 20 ਦਸੀਆਂ, ਡਾਕਟਰ ਨੇ ਗੋਲੀ ਇੱਕ ਦਿੱਤੀ। ਹੁਣ ਉਹ ਜਿਹੜਾ ਮਰੀਜ਼ ਹੈ ਉਹ ਗੋਲੀ ਉਹਨੇ ਹੱਥ ਵਿੱਚ ਲੈ ਲਈ, ਮਨ ਵਿੱਚ ਆ ਗਿਆ ਵੀ ਬਿਮਾਰੀਆਂ ਤੇ ਇੰਨੀਆਂ
ਗੋਲੀ ਇੱਕ ਹੈ ਵੀ ਮੇਰੀਆਂ ਇੰਨੀਆਂ ਬਿਮਾਰੀਆਂ ਇੱਕ ਗੋਲੀ ਨਾਲ ਕਿੱਦਾਂ ਠੀਕ ਹੋ ਜਾਊ। ਹੁਣ ਡਾਕਟਰ ਨੂੰ ਵੀ ਪਤਾ ਸੀ ਵੀ ਇਹਦੇ ਮਨ ਵਿੱਚ ਸ਼ੱਕ ਹੈ ਵੀ ਮੈਂ ਇੱਕ ਗੋਲੀ ਨਾਲ ਕਿੱਦਾਂ ਠੀਕ ਹੋ ਜਾਊ, ਰੋਗ ਮੇਰੇ ਇੰਨੇ ਹੈ, ਗੋਲੀ ਇੱਕ ਹੈ। ਹੁਣ ਡਾਕਟਰ ਨੇ ਕਹਿਣਾ ਕੀਤਾ, ਕਹਿੰਦੇ ਭਾਈ ਸਾਹਿਬ ਵੀ ਤੁਸੀਂ ਸਾਡੇ ਪਿੰਡ ਦਾ ਜਿਹੜਾ ਫਲਾਨਾ ਬੰਦਾ ਉਹਨੂੰ ਜਾਣਦੇ ਆ? ਕਹਿੰਦੇ ਹਾਂ ਜੀ ਹਾਂ, ਮੈਂ ਉਹ ਫਲਾਨੇ ਸਿੰਘ ਨੂੰ ਜਾਣਦਾ, ਚੰਗੀ ਤਰ੍ਹਾਂ ਜਾਣਦਾ। ਕਹਿੰਦੇ ਤੈਨੂੰ ਪਤਾ ਹੋਣਾ ਅੱਜ ਤੋਂ 2 ਮਹੀਨੇ ਪਹਿਲਾਂ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ। ਕਹਿੰਦੇ ਹਾਂਜੀ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ, ਸੀਰੀਅਸ ਬਿਮਾਰ ਸੀ। ਕਹਿੰਦੇ ਉਹ ਜਦੋਂ ਸੀਰੀਅਸ ਬਿਮਾਰ ਸੀ ਇਸ ਗੋਲੀ ਦੇ ਨਾਲ ਠੀਕ ਹੋ ਗਿਆ। ਉਹਨੇ ਜਦੋਂ ਨਾ ਸੁਣਿਆ ਵੀ ਸੀਰੀਅਸ ਬਿਮਾਰ ਸੀ ਪਰ ਇਸ ਇੱਕ ਗੋਲੀ ਦੇ ਨਾਲ ਉਹ ਠੀਕ ਹੋ ਗਿਆ, ਉਹਦਾ ਥੋੜਾ ਜਿਹਾ ਹੌਸਲਾ ਵੱਧ ਗਿਆ। ਫਿਰ ਉਹਨੇ ਕਿਸੇ ਹੋਰ ਨਗਰ ਦੇ ਲਾਗਲੇ ਗਵਾਂਢ ਦੇ ਨਗਰ ਦੇ ਪਿੰਡ ਦਾ ਨਾਂ ਲਿਆ। ਕਹਿੰਦਾ ਫਲਾਣੇ ਸਿੰਘ ਨੂੰ ਜਾਣਦਾ? ਹਾਂ ਮੈਂ ਉਹਨੂੰ ਵੀ ਜਾਣਦਾ, ਉਹ ਵੀ ਅੱਜ ਤੋਂ ਕੁਝ ਸਮਾਂ ਪਹਿਲਾਂ ਬਿਮਾਰ ਹੋ ਗਿਆ ਸੀ। ਹਾਂ ਡਾਕਟਰ ਸਾਹਿਬ ਉਹ ਤਾਂ ਬਾਹਲੇ ਜ਼ਿਆਦਾ ਬਿਮਾਰ ਹੋ ਗਿਆ ਸੀ, ਉਹ ਤਾਂ ਇਹ ਕਹਿ ਲਓ ਵੀ ਦੂਜੇ ਪਾਸੇ ਮੁੜਿਆ। ਡਾਕਟਰ ਕਹਿੰਦਾ ਐਸੇ ਗੋਲੀ ਨਾਲ ਉਹ ਵੀ ਠੀਕ ਹੋ ਗਿਆ। ਆਖੋ ਸਤਨਾਮ। ਡਾਕਟਰ ਕਹਿੰਦਾ ਐਸੇ ਗੋਲੀ ਨਾਲ ਉਹ ਵੀ ਠੀਕ ਹੋ ਗਿਆ। ਜਦੋਂ ਦੋਹਾਂ ਦਾ ਸੁਣ ਲਿਆ ਵੀ ਇੰਨੇ ਸੀਰੀਅਸ ਮਰੀਜ਼ ਇੱਕ ਗੋਲੀ ਨਾਲ ਠੀਕ ਹੋ ਗਏ, ਉਸੇ ਮੌਕੇ ਗੋਲੀ ਚੱਕ ਕੇ ਮੂੰਹ 'ਚ ਪਾ ਲਈ। ਆਖੋ ਸਤਨਾਮ। ਦੂਜੇ ਦਾ ਸੁਣ ਕੇ ਵਿਸ਼ਵਾਸ ਹੋ ਗਿਆ। ਐਵੇਂ ਸੱਚੇ ਪਾਤਸ਼ਾਹ ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰੇ ਜਾਮਲ ਉਤਰੇ ਗਣਕਾ ਹੂੰ ਗਤ ਪਾਈ। ਸੱਚੇ ਪਾਤਸ਼ਾਹ ਉਹਨਾਂ ਦੋ ਰੂਹਾਂ ਦਾ ਨਾਮ ਲੈ ਕੇ ਦੱਸਦੇ ਐ ਵੀ ਜਿਨ੍ਹਾਂ ਨੂੰ ਸਾਰਾ ਸੰਸਾਰ ਪਾਪੀ ਕਹਿੰਦਾ ਸੀ ਔਰ ਨਫ਼ਰਤ ਕਰਦਾ ਸੀ, ਅਜਾਮਲ ਤੋਂ ਵੀ ਅਤੇ ਗਣਕਾ ਤੋਂ, ਜਿਹਨੂੰ ਲੋਕ ਬੇਸਵਾ ਕਹਿ ਕੇ ਬੁਲਾਉਂਦੇ ਸੀ, ਜਿਹਦੇ ਕੋਲ ਖੜਨ ਤੋਂ ਵੀ ਨਫ਼ਰਤ ਕਰਦੇ ਸੀ। ਉਹਨਾਂ ਦਾ ਨਾਮ ਲੈ ਕੇ ਸੱਚੇ ਪਾਤਸ਼ਾਹ ਸਮਝਾਉਂਦੇ, ਕਹਿੰਦੇ ਬਈ ਇਹ ਅਸੀਂ ਉਸ ਵਾਹਿਗੁਰੂ ਦੇ ਨਾਮ ਦੀ ਮਹਿਮਾ ਦੱਸਦੇ ਆਂ ਵੀ ਸਦਾ ਹੀ ਸੁਖਦਾਈ ਹੈ। ਜਦੋਂ ਤੋਂ ਦੁਨੀਆ ਬਣੀ ਹੈ ਉਦੋਂ ਤੋਂ ਲੈ ਕੇ ਸਦਾ ਹੀ ਸੁਖਦਾਈ ਹੈ, ਤੇ ਉਸ ਨਾਮ ਨੇ ਇਹੋ ਜਿਹੇ ਪਾਪੀਆਂ ਦਾ ਵੀ ਆਧਾਰ ਕਰ ਦਿੱਤਾ। ਆਖੋ ਸਤਨਾਮ। ਜਦੋਂ ਇਸ ਤਰ੍ਹਾਂ ਦੀ ਮਹਿਮਾ ਮੇਰੇ ਵਰਗੇ ਪਾਪੀ ਨੇ ਵੀ ਨਾ ਸੁਣ ਲਈ ਵੀ ਜੇ ਗਣਕਾ ਦਾ ਆਧਾਰ ਹੋ ਗਿਆ, ਜਾਮਲ ਦਾ ਆਧਾਰ ਹੋ ਗਿਆ, ਜੇ ਐਡੇ ਐਡੇ ਪਾਪੀਆਂ ਦਾ ਆਧਾਰ ਹੋ ਗਿਆ, ਤੇ ਹੈ ਤਾਂ ਮੈਂ ਵੀ ਪਾਪੀ ਭਾਵੇਂ ਉਦੋਂ ਵੱਡਾ ਹੋਵਾਂ, ਪਰ ਆਧਾਰ ਫਿਰ ਸੱਚੇ ਪਾਤਸ਼ਾਹ ਦਾ ਨਾਮ ਮੇਰਾ ਵੀ ਕਰ ਦੇਣਗੇ। ਆਖੋ ਸਤਨਾਮ। ਹੁਣ ਜਿਹੜੀ ਚੀਜ਼ ਤੋਂ ਵਾਕਫ ਹੋਵੇ ਨਾ ਉਸ ਚੀਜ਼ ਦੀ ਦੁਬਾਰਾ ਸੱਚੇ ਪਾਤਸ਼ਾਹ ਗੱਲ ਸਮਝਾਉਂਦੇ ਨੇ। ਹੁਣ ਧਿਆਨ ਦਿਓ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਗੁਰਪੁਰਬ ਮਨਾ ਰਹੇ ਆ। ਹੁਣ ਵਿਆਹ ਤੋਂ ਹਰ ਇਨਸਾਨ ਵਾਕਫ ਹੈ ਵੀ ਵਿਆਹ ਦਾ ਭਾਵ ਅਰਥ ਕੀ ਹੈ। ਇੱਕ ਖੁਸ਼ੀ ਦਾ ਮੌਕਾ, ਦੋ ਸਰੀਰਾਂ ਦੇ ਮੇਲ ਨੂੰ ਵਿਆਹ ਆਖਿਆ ਜਾਂਦਾ। ਹੁਣ ਸੱਚੇ ਪਾਤਸ਼ਾਹ ਪਰਮਾਤਮਾ ਦੀ ਗੱਲ ਵੀ ਵਿਆਹ ਦੇ ਲਫ਼ਜ਼ਾਂ ਦੁਆਰਾ ਸੱਚੇ ਪਾਤਸ਼ਾਹ ਕਹਿੰਦੇ ਨੇ, ਵਿਆਹੋ ਹੁਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ। ਕਹਿੰਦੇ ਜਿਵੇਂ ਸੰਸਾਰਕ ਵਿਆਹ ਆਪਾਂ ਵੇਖਦੇ ਆਂ, ਠੀਕ ਕਹਿੰਦੇ ਇਸੇ ਤਰ੍ਹਾਂ ਹੀ ਆਤਮਾ ਤੇ ਪਰਮਾਤਮਾ ਦਾ ਜੋ ਮੇਲ ਹੁੰਦਾ ਉਹਨੂੰ ਵਿਆਹ ਆਖਿਆ। ਕਹਿੰਦੇ ਠੀਕ ਇਸੇ ਤਰ੍ਹਾਂ ਹੀ ਹੁੰਦਾ। ਜਿਵੇਂ ਦੋ ਸਰੀਰਾਂ ਦਾ ਵਿਆਹ ਹੋਣ ਤੋਂ ਪਹਿਲਾਂ ਇੱਕ ਵਿਚੋਲਾ ਵਿੱਚ ਆਉਂਦਾ, ਜੋ ਵਿਚੋਲਾ ਦੋਨਾਂ ਦੇ ਗੁਣਾਂ ਨੂੰ ਇੱਕ ਦੂਜੇ ਨੂੰ ਦੱਸਦਾ। ਲੜਕੇ ਦੇ ਗੁਣ ਲੜਕੀ ਨੂੰ ਸਮਝਾਉਂਦਾ ਵੀ ਭਾਈ ਇੰਨਾ ਪੜ੍ਹਿਆ ਲਿਖਿਆ, ਆ ਉਹਦੀ ਨੌਕਰੀ ਹੈ, ਇਸ ਧਰਮ ਦੇ ਨਾਲ ਅਟੈਚ ਹੈ, ਇਹੋ ਜਿਹਾ ਘਰ-ਬਾਰ, ਇਹੋ ਜਿਹਾ ਪਰਿਵਾਰ, ਇਹੋ ਜਿਹਾ ਸੁਭਾਅ। ਫਿਰ ਲੜਕੀ ਵਾਲੇ ਗੁਣ ਲੜਕੇ ਨੂੰ ਸਮਝਾਉਂਦਾ। ਜਦੋਂ ਉਹਨਾਂ ਦੇ ਥੋੜੇ ਜਿਹੇ ਗੁਣ ਆਪਸ ਵਿੱਚ ਮਿਲਦੇ ਆ ਤੇ ਫਿਰ ਉਹਨਾਂ ਦਾ ਰਿਸ਼ਤਾ ਪੱਕਾ ਹੋ ਜਾਂਦਾ। ਇਵੇਂ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਸਭ ਤੋਂ ਪਹਿਲਾਂ ਜੀਵ ਨੂੰ ਪਰਮਾਤਮਾ ਦੇ ਮਿਲਣ ਵਾਸਤੇ ਕੋਈ ਵਿਚੋਲਾ ਮਿਲਣਾ ਚਾਹੀਦਾ ਹੈ। ਬਾਬਾ ਫਰੀਦ ਜੀ ਕਹਿੰਦੇ, ਟੈਂਦੀ ਬੰਦਿਸ਼ ਮੈਂ ਕੋਈ ਨਾ ਡਿਠਾ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਿੰਨ ਮੁੱਤਰ ਵਿਚੋਲੇ, ਤਹਿ ਮਿਲ ਕੰਤ ਪਛਾਣਾ। ਕਹਿੰਦੇ ਪਰਮਾਤਮਾ ਦਾ ਵੀ ਕਾਨੂੰਨ ਹੈ ਵੀ ਪਰਮਾਤਮਾ ਦੇ ਨਾਲ ਮੇਲ ਹੋਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਵਿਚੋਲੇ ਦੀ ਲੋੜ ਪੈਂਦੀ ਹੈ। ਉਹ ਵਿਚੋਲਾ ਸਾਨੂੰ ਕੀ ਕਰੂਗਾ? ਕੰਮ ਉਹੀ ਕਰੂਗਾ ਜੋ ਦੁਨਿਆਵੀ ਵਿਚੋਲੇ ਨੇ ਕੀਤਾ ਹੈ। ਉਹ ਸਾਨੂੰ ਪਰਮਾਤਮਾ ਦੇ ਗੁਣਾਂ ਤੋਂ ਜਾਣੂ ਕਰਵਾਊਗਾ ਵੀ ਪਰਮਾਤਮਾ ਦੇ ਗੁਣ ਕੀ ਨੇ। ਹੁਣ ਪਰਮਾਤਮਾ ਦੇ ਗੁਣ ਤੇ ਬੇਸ਼ੁਮਾਰ ਨੇ। ਸੱਚੇ ਪਾਤਸ਼ਾਹ ਕਹਿੰਦੇ, ਜਿਹਵਾ ਏਕ
ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਈਐ। ਜਦੋਂ ਉਹਦੇ ਗੁਣ ਬਹੁਤੇ ਸੁਣਨੇ ਨੇ ਬਹੁਤੇ ਗੁਣ ਸੁਣਦਿਆਂ ਪਰਮਾਤਮਾ ਵਾਲਾ ਕੋਈ ਨਾ ਕੋਈ ਗੁਣ ਸਾਡੇ ਵਿੱਚ ਆਪਣੇ ਆਪ ਸੁਤੇ ਸਿੱਧੇ ਆ ਜਾਣਾ। ਆਖੋ ਸਤਨਾਮ। ਪਰਮਾਤਮਾ ਦੇ ਗੁਣ ਤੇ ਬਹੁਤ ਨੇ, ਪਰ ਸਭ ਤੋਂ ਜਿਹੜਾ ਵਿਸ਼ੇਸ਼ ਗੁਣ ਹੈ ਨਾ ਪਰਮਾਤਮਾ ਦਾ, ਉਹ ਕੀ ਹੈ? ਉਹ ਇਹ ਹੈ ਕਿ ਪਰਮਾਤਮਾ ਜਨਾਉਂਦਾ ਨਹੀਂ, ਛਪਾਉਂਦਾ। ਧਿਆਨ ਦਿਓ, ਪਰਮਾਤਮਾ ਆਪਣੇ ਆਪ ਨੂੰ ਜਨਾਉਂਦਾ ਨਹੀਂ, ਛਪਾਉਂਦਾ। ਸਭ ਕੁਝ ਕਰਕੇ ਵੀ ਉਹ ਇਹ ਕਹਿ ਦਿੰਦਾ ਕਿ ਮੈਂ ਨਹੀਂ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ, ਬਹੁਤ ਵੱਡਾ ਕਾਰਜ ਕੀਤਾ। ਜਦੋਂ ਕਾਰਜ ਸੰਪੂਰਨ ਹੋ ਗਿਆ, ਅੰਤ ਦੇ ਵਿੱਚ ਲਿਖ ਦਿੱਤਾ ਸੱਚੇ ਪਾਤਸ਼ਾਹ ਜੀਆਂ ਨੇ ਕਿ ਤੇਰਾ ਕੀਤਾ ਜਾਤੋ ਨਾਹੀ, ਤੇਰਾ ਕੀਤਾ ਜਾਤੋ ਨਾਹੀ। ਤੇਰਾ ਕੀਤਾ ਜਾਤੋ ਨਾਹੀ, ਤੇਰਾ ਕੀਤਾ ਜਾਤੋ ਨਾਹੀ। ਮੈਨੂੰ ਜੋਗ ਕਿਤੋਈ, ਮੈਨੂੰ ਜੋਗ ਕਿਤੋਈ। ਮੈਕ ਲੈ ਲਓ, ਮੈਕ ਲੈ ਲਓ। मैं निर्गुणयारे को गुण नाही, निर्गुणयारे को गुण नाही। आपे तरस प्योई, आपे तरस प्योई। आपे तरस प्योई, आपे तरस प्योई। तरस पिया मैं रहमत होई, तरस पिया मैं रहमत होई। तरस पया मैं रहमत होई, तरस पया मैं रहमत होई। सतगुर सज्जन मिलिया, सतगुर सज्जन मिलिया। सतगुर सज्जन मिलिया, सतगुर सज्जन मिलिया। नानक नाम मिले तां जीवा, नानक नाम मिले तां जीवा। नानक नाम मिले तां जीवा, नानक नाम मिले तां जीवा। तन मन थी वह हरिया, तन मन थी वह हरिया। तन मन थीवे हरिया, तन मन थीवे हरिया। परमात्मा ਜਨਾਉਂਦਾ ਨਹੀਂ, ਛਪਾਉਂਦਾ। ਪਰ ਅਸੀਂ ਛਪਾਉਂਦੇ ਨਹੀਂ, ਜਨਾਉਂਦੇ ਹਾਂ ਪੈਰ ਪੈਰ ਤੇ। ਅਸੀਂ ਕਹਿ ਦਿੰਦੇ ਹਾਂ ਤੁਹਾਨੂੰ ਨਹੀਂ ਪਤਾ ਮੇਰੀ ਕਿੱਥੇ ਤੇ ਪਹੁੰਚ ਹੈ, ਮੈਂ ਕੀ ਕਰ ਸਕਦਾ ਹਾਂ। ਜੇ ਕੋਈ ਮੈਂ 1% ਕੰਮ ਕੀਤਾ ਹੋਵੇ ਤੇ 1000 ਬੰਦੇ ਨੂੰ ਦੱਸੂਗਾ ਕਿ ਫਲਾਨਾ ਕੰਮ ਮੈਂ ਕੀਤਾ ਹੈ। ਜਿੰਨਾ ਚਿਕਰ ਸਾਰਿਆਂ ਨੂੰ ਦੱਸ ਨਾ ਦਵਾਂ ਵੀ ਆਹ ਕੰਮ ਮੈਂ ਕੀਤਾ, ਉਨਾ ਚਿਕਰ ਮੈਨੂੰ ਰੋਟੀ ਪ੍ਰਸ਼ਾਦਾ ਨਹੀਂ ਸਵਾਦ ਲੱਗਣਾ ਵੀ ਆਹ ਕੰਮ ਤੇ ਮੈਂ ਕੀਤਾ, ਕਿਸੇ ਨੂੰ ਦੱਸਿਆ ਹੀ ਨਹੀਂ। ਪਰ ਪਰਮਾਤਮਾ ਸਭ ਕੁਝ ਕਰਦਾ, ਸਭ ਕੁਝ ਕਰਕੇ ਵੀ ਕਹਿ ਦਿੰਦਾ ਮੈਂ ਨਹੀਂ ਕੀਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਸ ਉਹਨਾਂ ਦਾ ਗੁਣ ਹੈ ਤੇ ਸਾਡਾ ਔਗਣ ਹੈ। ਇਸ ਕਰਕੇ ਮੇਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਹੜਾ ਵਿਚੋਲਾ ਮਿਲੂਗਾ ਉਹ ਮਿਲੂ ਤਾਂ ਉਹੀ ਜਿਹੜਾ ਉਹਨੂੰ ਮਿਲਿਆ ਹੋਵੇ। ਹੁਣ ਵਿਚੋਲਾ ਤਾਂ ਉਹੀ ਬਣਦਾ ਹੈ ਦੁਨਿਆਵੀ ਵਿਆਹ ਵਿੱਚ ਵੀ ਜਿਹੜਾ ਉਹਨੂੰ ਜਾਣਦਾ ਹੋਵੇ ਉਹੀ ਦੱਸ ਪਾਉਂਦਾ। ਹੁਣ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਵਿਚੋਲਾ ਮਿਲ ਗਿਆ
ਤੇ ਫਿਰ ਕੀ ਹੁੰਦਾ ਹੈ? ਸੱਚੇ ਪਾਤਸ਼ਾਹ ਕਹਿੰਦੇ ਜਾਏ ਪੁੱਛੋ ਸੁਹਾਗਣੀ, ਤੁਸੀਂ ਰਵਿਆ ਕਿ ਨਹੀਂ ਗੁਣੀ। ਵਿਚੋਲੇ ਨੂੰ ਜਾ ਕੇ ਪੁੱਛੋ ਜਿਹੜਾ ਰੱਬ ਨੂੰ ਮਿਲਿਆ ਹੋਇਆ ਹੈ ਕਿ ਤੁਸੀਂ ਪ੍ਰਮਾਤਮਾ ਨੂੰ ਮਿਲੇ ਕਿਵੇਂ, ਤੁਹਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਈ, ਤੁਹਾਡਾ ਉਹਦੇ ਨਾਲ ਮਿਲਾਪ ਕਿਵੇਂ ਹੋਇਆ। ਤੇ ਫਿਰ ਉਹ ਦੱਸਦਾ ਸਹਿਜ ਸੰਤੋਖ ਸ਼ਿਗਾਰਿਆ ਮਿੱਠਾ ਬੋਲਣੀ। ਕਹਿੰਦੇ ਜਦੋਂ ਪ੍ਰਮਾਤਮਾ ਵਾਲਾ ਗੁਣ ਸਹਿਜ ਆ ਗਿਆ, ਸੰਤੋਖ ਆ ਗਿਆ ਤੇ ਮਿੱਠਾ ਬੋਲਣੀ। ਪ੍ਰਮਾਤਮਾ ਵਾਲਾ ਗੁਣ ਸਭ ਤੋਂ ਵੱਡਾ ਗੁਣ ਜਿਹੜਾ ਜਿਹਦੇ ਬਾਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਪ੍ਰਮਾਤਮਾ ਮਿੱਠ ਬੋਲੜਾ ਹਰ ਸੱਜਣ ਸੁਆਮੀ ਮੋਰਾ। ਕਹਿੰਦੇ ਉਹ ਹਮੇਸ਼ਾ ਹੀ ਮਿੱਠਾ ਬੋਲਦਾ, ਉਹ ਕਦੇ ਕੌੜਾ ਬੋਲਦਾ ਹੀ ਨਹੀਂ ਹੈ। ਉਹਦਾ ਇਹ ਗੁਣ ਹੈ ਨਾ, ਜਦੋਂ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਵਾਲਾ ਗੁਣ ਆਪਣੇ ਵਿੱਚ ਆ ਗਿਆ ਕਿ ਸਹਿਜ ਸੰਤੋਖ ਸ਼ਿਗਾਰਿਆ ਮਿੱਠਾ ਬੋਲਣੀ। ਸਾਨੂੰ ਵੀ ਮਿੱਠਾ ਬੋਲਣਾ ਆ ਗਿਆ, ਸਾਡੀ ਰਸਨਾ ਤੇ ਮਿਠਾਸ ਆ ਗਈ। ਤੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਸਮਝ ਲਓ ਪ੍ਰਮਾਤਮਾ ਵਾਲੇ ਕੁਝ ਕੁ ਗੁਣ ਸਾਡੇ ਵਿੱਚ ਆ ਗਏ, ਸਾਡਾ ਫਿਰ ਸਮਝ ਲਓ ਉਹਦੇ ਨਾਲ ਰਿਸ਼ਤਾ ਪੱਕਾ ਹੀ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿੰਨੇ ਵੀ ਚੰਗੇ ਗੁਣ ਨੇ ਨਾ, ਚੰਗੇ ਗੁਣਾਂ ਦਾ ਜਿਹੜਾ ਤੱਤ ਸਾਰ ਹੈ ਨਾ ਉਹ ਕੀ ਹੈ? ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ। ਕਹਿੰਦੇ ਜਿਹੜਾ ਮਿੱਠਾ ਬੋਲਣਾ ਨਾ ਇਹ ਸਮਝ ਲਓ ਸਾਰੇ ਗੁਣਾਂ ਦਾ ਤੱਤ ਹੈ, ਨਿਚੋੜ ਹੈ। ਇਸ ਗੱਲ ਨੂੰ ਮਨ ਵਿੱਚ ਵਸਾਉਣ ਲਈ ਆਪਾਂ ਇੱਕ ਵਾਰੀ ਇਹ ਪੰਕਤੀ ਧਾਰਨਾ ਦੇ ਰੂਪ ਵਿੱਚ ਪੜ੍ਹੀਏ ਕਿ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਇਹ ਗੱਲ ਸਮਝਾਉਂਦੇ ਨੇ। ਆਪਾਂ ਇਹ ਹਿਰਦੇ ਵਿੱਚ ਵਸਾ ਕੇ ਲੈ ਕੇ ਜਾਈਏ ਗੱਲ ਕਿ ਜਿਹੜੀ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਨੇ ਕਿ ਮਿੱਠਾ ਬੋਲਣਾ, ਸਹਿਜ ਸੰਤੋਖ ਸ਼ਿਗਾਰਿਆ ਮਿੱਠਾ ਬੋਲਣਾ। ਸੱਚੇ ਪਾਤਸ਼ਾਹ ਜੀ ਆਪਾਂ ਨੂੰ ਸੋਝੀ ਪਾਉਂਦੇ ਨੇ। ਆਓ ਬੜੇ ਪ੍ਰੇਮ ਦੇ ਨਾਲ ਆਪਾਂ ਪੜ੍ਹੀਏ। ਮਿੱਠਾ ਬੋਲਣਾ ਤੇ ਨੀਵੇਂ ਹੋ ਕੇ ਚੱਲਣਾ ਜੀ ਤਤ ਚੰਗਿਆਈਆਂ ਦਾ। ਮਿੱਠਾ ਬੋਲਣਾ ਤੇ ਨੀਵੇਂ ਹੋ ਕੇ ਚੱਲਣਾ ਜੀ ਤਤ ਚੰਗਿਆਈਆਂ ਦਾ। ਮਿੱਠਾ ਬੋਲਣਾ ਤੇ ਨੀਵੇਂ ਹੋ ਕੇ ਚੱਲਣਾ ਜੀ ਤਤ ਚੰਗਿਆਈਆਂ ਦਾ। ਮਿੱਠਾ ਬੋਲਣਾ ਤੇ ਨੀਵੇਂ ਹੋ ਕੇ ਚੱਲਣਾ ਜੀ ਤਤ ਚੰਗਿਆਈਆਂ ਦਾ। ਮਿੱਠਾ ਬੋਲਣਾ ਤੇ ਨੀਵੇਂ ਹੋ ਕੇ ਚੱਲਣਾ ਜੀ ਤਤ ਚੰਗਿਆਈਆਂ ਦਾ। ਮਿੱਠਾ ਬੋਲਣਾ ਤੇ ਨੀਵੇਂ ਹੋ ਕੇ ਚੱਲਣਾ ਜੀ ਤਤ ਚੰਗਿਆਈਆਂ ਦਾ। ਮਿੱਠਾ ਬੋਲਣਾ ਤੇ ਨੀਵੇਂ ਹੋ ਕੇ ਚੱਲਣਾ ਜੀ ਤਤ ਚੰਗਿਆਈਆਂ ਦਾ। ਮਿੱਠਾ ਬੋਲਣਾ ਤੇ ਨੀਵੇਂ ਹੋ ਕੇ ਚੱਲਣਾ ਜੀ ਤਤ ਚੰਗਿਆਈਆਂ ਦਾ। ਇਹ ਸਾਰੇ ਚੰਗੇ ਗੁਣਾਂ ਦਾ ਤੱਤ ਸਾਰ ਹੈ ਜਿਹੜਾ ਮਿੱਠਾ ਬੋਲਣਾ ਤੇ ਨੀਵੇਂ ਹੋ ਕੇ ਰਹਿਣਾ। ਜਿਵੇਂ ਸਤਿਗੁਰਾਂ ਨੇ ਸਰਬ ਕਲਾ ਸਮਰੱਥ ਹੁੰਦਿਆਂ ਹੋਇਆਂ ਕੁਛ ਵੀ ਜਨਾਇਆ ਨਹੀਂ, ਕਿਸੇ ਨੂੰ ਭੇਦ ਨਹੀਂ ਲੱਗਣ ਦਿੱਤਾ ਵੀ ਸਤਿਗੁਰੂ ਹੀ ਨਿਰੰਕਾਰ ਨੇ। ਜਿਹੜੇ ਨਿਰੰਕਾਰ ਦੀ ਗੱਲ ਕਰਦੇ ਨੇ ਉਹ ਆਪ ਹੀ ਨਿਰੰਕਾਰ ਨੇ, ਕਿਉਂਕਿ ਨਿਮਰਤਾ ਉਹਨਾਂ ਨੇ ਨਿਮਰਤਾ ਆਪਾਂ ਨੂੰ ਕਰਕੇ ਦਿਖਾਈ ਸਿਖਾਈ ਹੈ। ਰੱਖ ਕੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਜੀਆਂ ਨੇ ਇਹ ਦਾਤ ਆਪਣੀ ਝੋਲੀ ਦੇ ਵਿੱਚ ਪਾਈ। ਤੇ ਫਿਰ ਜਦੋਂ ਇਹੋ ਜਿਹੇ ਕੁਝ ਵਿਸ਼ੇਸ਼ ਗੁਣ ਜੀਵ ਦੇ ਮਨ ਵਿੱਚ ਸੁਣ ਕੇ ਆ ਜਾਂਦੇ ਨੇ ਤੇ ਫਿਰ ਕੀ ਹੁੰਦਾ? ਫਿਰ ਕਹਿੰਦੇ ਜਦੋਂ ਗੁਣ ਉਹਦੇ ਵਾਲੇ ਆ ਗਏ ਫਿਰ ਸਮਝ ਲਓ ਰਿਸ਼ਤਾ ਪੱਕਾ ਹੋ ਗਿਆ। ਜਿਵੇਂ ਰਿਸ਼ਤਾ ਜਦੋਂ ਪੱਕਾ ਹੁੰਦਾ ਕੀ ਹੁੰਦਾ? ਸ਼ਗਨ ਪਾਇਆ ਜਾਂਦਾ, ਸ਼ਗਨ ਦਿੱਤਾ ਜਾਂਦਾ ਮਿੱਠੇ ਦਾ। ਤੇ ਸੱਚੇ ਪਾਤਸ਼ਾਹ ਜੀ ਫਿਰ ਜਿਸ ਰੂਹ ਨੂੰ ਪ੍ਰਵਾਨ ਕਰਦੇ, ਜਿਸ ਰੂਹ ਦਾ ਰਿਸ਼ਤਾ ਪੱਕਾ ਕਰਦੇ,
ਮੇਰੇ ਸੱਚੇ ਪਾਤਸ਼ਾਹ ਉਹਨੂੰ ਪੰਜਾਂ ਪਿਆਰਿਆਂ ਦੇ ਕੋਲੋਂ ਮਿੱਠਾ ਅੰਮ੍ਰਿਤ ਛਕਣ ਦੇ ਵਜੋਂ ਉਹਦੇ ਮੁਖ ਨੂੰ ਲਾਉਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੀ ਇਸ ਰੂਹ ਦਾ, ਇਸ ਆਤਮਾ ਦਾ, ਇਸ ਘਰ ਦੇ ਨਾਲ ਰਿਸ਼ਤਾ ਪੱਕਾ ਹੋ ਗਿਆ। ਹੁਣ ਜਿੰਨੀ ਅੰਦਰ ਇਸ ਆਤਮਾ ਦੇ ਉਸ ਪਤੀ ਪ੍ਰਮਾਤਮਾ ਨੂੰ ਮਿਲਣ ਦੀ ਤਾਂਘ ਹੋ, ਉਨੀ ਛੇਤੀ ਵਿਆਹ ਹੋ ਜੂ, ਭਾਵ ਉਨੀ ਛੇਤੀ ਮਿਲਾਪ ਹੋ ਜੂ। ਬਸ ਹੁਣ ਤੇ ਲੋੜ ਹੈ ਅੰਮ੍ਰਿਤ ਛਕਣ ਤੋਂ ਬਾਅਦ ਪ੍ਰੇਮ ਪੈਦਾ ਕਰਨ ਦੀ, ਭਾਵਨਾ ਆਪਣੇ ਗੁਰੂ ਦੇ ਪ੍ਰਤੀ, ਪ੍ਰਮਾਤਮਾ ਦੇ ਪ੍ਰਤੀ ਬਣਾਉਣ ਦੀ। ਰਿਸ਼ਤਾ ਤੇ ਪੱਕਾ ਹੋ ਗਿਆ। ਤੇ ਗੁਰਮੁਖੋ ਜਦੋਂ ਫਿਰ ਰਿਸ਼ਤਾ ਪੱਕਾ ਹੁੰਦਾ ਹੈ, ਉਦੋਂ ਫਿਰ ਕੀ ਹੁੰਦਾ? ਉਦੋਂ ਫਿਰ ਸਾਰੇ ਜਾਣੇ ਸਮਾਜ ਵਿੱਚ ਵਧਾਈਆਂ ਦਿੰਦੇ ਨੇ। ਜੇ ਕਿਸੇ ਦਾ ਲੜਕਾ ਲੜਕੀ ਮੰਗਿਆ ਜਾਵੇ, ਰਿਸ਼ਤਾ ਪੱਕਾ ਹੋ ਜਾਵੇ, ਆਂਢ ਗੁਆਂਢ ਸ਼ਰੀਕਾ ਭਾਈਚਾਰਾ ਆਣ ਕੇ ਵਧਾਈਆਂ ਦਿੰਦਾ। ਤੇ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਪਰਮੇਸ਼ਰ ਦੇ ਘਰ ਦੇ ਵਿੱਚ ਰਿਸ਼ਤਾ ਪੱਕਾ ਹੋ ਜਾਂਦਾ ਉਹਨੂੰ ਵੀ ਸੱਚੇ ਪਾਤਸ਼ਾਹ ਕਹਿੰਦੇ ਵਧਾਈਆਂ ਮਿਲਦੀਆਂ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਕਹਿੰਦੇ ਫਿਰ ਮਨ ਨੂੰ ਵਧਾਈਆਂ ਮਿਲਦੀਆਂ ਜਿਨ੍ਹਾਂ ਦਾ ਉਹਦੇ ਨਾਲ ਰਿਸ਼ਤਾ ਪੱਕਾ ਹੋ ਜਾਂਦਾ, ਜਿਹਦਾ ਉਹਦੇ ਨਾਲ ਮਿਲਾਪ ਹੋ ਜਾਂਦਾ। ਤੇ ਫਿਰ ਉਸ ਰੂਹ ਦੇ ਅੰਦਰ ਹੋਰ ਖਿੱਚ ਪੈਦਾ ਹੁੰਦੀ ਹੈ ਵੀ ਹੁਣ ਬਸ ਉਹਦੇ ਨਾਲ ਮਿਲਾਪ ਹੋ ਜਾਵੇ। ਫਿਰ ਉਹ ਰੂਹ ਉਹਨਾਂ ਮਿਲਿਆਂ ਹੋਇਆਂ ਕੋ ਜਾਂਦੀ ਹੈ। ਉਹ ਗੁਰਸਿੱਖ ਪ੍ਰੇਮੀ, ਉਹ ਪਿਆਰੇ, ਰੱਬ ਦੇ ਪਿਆਰੇ, ਫਿਰ ਉਹਨਾਂ ਮਿਲਿਆਂ ਹੋਇਆਂ ਕੋ ਜਾਂਦੇ ਜਿਹੜੇ ਰੱਬ ਨੂੰ ਮਿਲੇ ਹੋਏ ਨੇ। ਫਿਰ ਉਹਨਾਂ ਨੂੰ ਜਾ ਕੇ ਪੁੱਛਦੇ ਆ ਵੀ ਤੁਹਾਡਾ ਮਿਲਾਪ ਕਿਵੇਂ ਹੋਇਆ ਪਰਮਾਤਮਾ ਨਾਲ? ਵੀ ਇੱਥੇ ਤੱਕ ਤਾਂ ਮੈਂ ਪਹੁੰਚ ਗਿਆ, ਮੇਰਾ ਰਿਸ਼ਤਾ ਤੇ ਪੱਕਾ ਹੋ ਗਿਆ, ਮੈਂ ਅੰਮ੍ਰਿਤ ਤੇ ਛਕ ਲਿਆ, ਬਾਣੀ ਬਾਣੇ ਦਾ ਧਾਰਨੀ ਤੇ ਹੋ ਗਿਆ, ਪਰ ਹਜੇ ਮੇਰਾ ਉਹਦੇ ਨਾਲ ਮਿਲਾਪ ਨਹੀਂ ਹੋਇਆ। ਅੰਮ੍ਰਿਤ ਛਕ ਲਿਆ, ਰਿਸ਼ਤਾ ਸਮਝ ਲਓ ਪੱਕਾ ਹੋ ਗਿਆ, ਪਰ ਮਿਲਾਪ ਨਹੀਂ ਹੋਇਆ। ਤੁਹਾਡਾ ਮਿਲਾਪ ਕਿੱਦਾਂ ਹੋਇਆ? ਤੁਸੀਂ ਕਿਵੇਂ ਉਹਨੂੰ ਜਾ ਕੇ ਮਿਲ ਗਏ? ਇਸ ਭਵ ਸਾਗਰ ਤੋਂ ਤੁਸੀਂ ਪਾਰ ਕਿਵੇਂ ਲੰਘ ਗਏ? ਤੁਸੀਂ ਕਿਵੇਂ ਜਾ ਕੇ ਉਸ ਪ੍ਰਮਾਤਮਾ ਨੂੰ ਮਿਲ ਲਿਆ? ਤੁਹਾਡਾ ਮਿਲਾਪ ਕਿਵੇਂ ਹੋ ਗਿਆ? ਫਿਰ ਉਹ ਜਿਹੜੀਆਂ ਮਿਲੀਆਂ ਹੋਈਆਂ ਰੂਹਾਂ, ਉਹ ਜਿਹੜੇ ਮਿਲੇ ਹੋਏ ਰੱਬ ਦੇ ਪਿਆਰੇ, ਉਹ ਕਹਿੰਦੇ ਮਿਲਣਾ ਤੇ ਮਿਲ ਤੇ ਮੈਂ ਵੀ ਨਹੀਂ ਸੀ ਸਕਦਾ, ਮਿਲਣਾ ਤੇ ਮੈਨੂੰ ਵੀ ਔਖਾ ਹੀ ਲੱਗਦਾ ਸੀ, ਪਰ ਉਸ ਪ੍ਰਮਾਤਮਾ ਦਾ ਜਿਹੜਾ ਪ੍ਰੇਮ ਨਾ ਮੇਰੇ ਸਾਹਮਣੇ ਆਇਆ ਵੀ ਪ੍ਰਮਾਤਮਾ ਮੈਨੂੰ ਕਿੰਨਾ ਪਿਆਰ ਕਰਦਾ। ਉਹਦਾ ਪ੍ਰੇਮ ਜਦੋਂ ਮੈਨੂੰ ਮਹਿਸੂਸ ਹੋਇਆ, ਉਹਦਾ ਜਦੋਂ ਮੈਂ ਪ੍ਰੇਮ ਦੇਖਿਆ ਕਿ ਐਡਾ ਵੱਡਾ ਬ੍ਰਹਿਮੰਡ ਵਾਹਿਗੁਰੂ ਪ੍ਰਮਾਤਮਾ ਨੇ ਮੇਰੇ ਪਿਆਰ ਦੇ ਵਿੱਚ ਹੀ ਬਣਾਇਆ ਹੋਇਆ, ਮੇਰੇ ਵਾਸਤੇ ਬਣਾਇਆ ਹੋਇਆ। ਆ ਹਵਾ, ਪਾਣੀ, ਸੂਰਜ, ਚੰਦ, ਬ੍ਰਹਿਮੰਡ ਸਾਰਾ ਕੁਝ ਪ੍ਰਮਾਤਮਾ ਨੇ ਆਪਣੇ ਹੀ ਪਿਆਰ ਦੇ ਵਿੱਚ ਹੀ ਬਣਾਇਆ ਹੋਇਆ। ਜਦੋਂ ਫਿਰ ਕਹਿੰਦੇ ਸਾਨੂੰ ਪਤਾ ਲੱਗਿਆ ਕਿ ਸਾਰਾ ਕੁਝ ਤੇ ਪ੍ਰਮਾਤਮਾ ਨੇ ਸਾਡੇ ਪ੍ਰੇਮ ਵਿੱਚ, ਸਾਡੇ ਪਿਆਰ ਵਿੱਚ ਹੀ ਬਣਾਇਆ ਹੋਇਆ, ਸਾਡੇ ਵਾਸਤੇ ਬਣਾਇਆ ਹੋਇਆ। ਵੀ ਪ੍ਰਮਾਤਮਾ ਸਾਨੂੰ ਇੰਨਾ ਜ਼ਿਆਦਾ ਪਿਆਰ ਕਰਦਾ, ਇੰਨਾ ਜ਼ਿਆਦਾ। ਇੰਨਾ ਪਿਆਰ ਨਾ ਕਿਸੇ ਨੇ ਸਾਨੂੰ ਕਰਨਾ ਜੀ, ਜਿੰਨਾ ਗੁਰੂ ਨਾਨਕ ਕਰਦਾ। ਇੰਨਾ ਪਿਆਰ ਨਾ ਕਿਸੇ ਨੇ ਸਾਨੂੰ ਕਰਨਾ ਜੀ, ਜਿੰਨਾ ਗੁਰੂ ਨਾਨਕ ਕਰਦਾ। ਇੰਨਾ ਪਿਆਰ ਨਾ ਕਿਸੇ ਨੇ ਸਾਨੂੰ ਕਰਨਾ ਜੀ, ਜਿੰਨਾ ਗੁਰੂ ਨਾਨਕ ਕਰਦਾ। ਇੰਨਾ ਪਿਆਰ ਨਾ ਕਿਸੇ ਨੇ ਸਾਨੂੰ ਕਰਨਾ ਜੀ, ਜਿੰਨਾ ਗੁਰੂ ਨਾਨਕ ਕਰਦਾ। ਕਿ ਮਹਾਰਾਜ ਜੀ ਨੇ ਸਾਡੇ ਪ੍ਰੇਮ ਦੇ ਵਿੱਚ, ਸਾਡੇ ਹਿੱਤ ਦੇ ਵਿੱਚ 10 ਚੋਲੇ ਪਹਿਨੇ, 10 ਵਾਰੀ ਸੰਸਾਰ ਤੇ ਆਏ, 10 ਚੋਲਿਆਂ ਵਿੱਚ ਸਾਡਾ ਭਲਾ ਕੀਤਾ, ਸਾਡਾ ਉਧਾਰ ਕੀਤਾ, ਸਾਨੂੰ ਜਿਉਣ ਦੀ ਜਾਚ ਦੱਸੀ ਕਿ ਅਸੀਂ ਸੰਸਾਰ ਅੰਦਰ ਜਿਉਣਾ ਕਿਵੇਂ ਹੈ, ਸਾਨੂੰ ਜਿਉਣਾ ਸਿਖਾਇਆ, ਸਾਨੂੰ ਸਾਰੀ ਸੋਝੀ ਪਾਈ। ਜਦੋਂ ਸਾਨੂੰ ਉਹਨਾਂ ਦਾ ਪ੍ਰੇਮ ਇੱਕ ਵਾਰੀ ਮਹਿਸੂਸ ਹੋ ਗਿਆ ਨਾ ਵੀ ਸਾਡੇ ਸਤਿਗੁਰੂ ਸਾਨੂੰ ਇੰਨਾ ਪ੍ਰੇਮ ਕਰਦੇ ਨੇ, ਤੇ ਫੇਰ ਹੀ ਸਾਡੇ ਮਨ ਵਿੱਚ ਉਹਨਾਂ ਲਈ ਪ੍ਰੇਮ ਜਾਗਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਸੁਣਨ ਦੇ ਨਾਲ ਨਹੀਂ, ਅਸੀਂ ਵੀ ਕਹੀ ਜਾਂਦੇ ਹਾਂ, ਤੁਸੀਂ ਵੀ ਸੁਣੀ ਜਾਂਦੇ ਹੈ ਕਿ ਸਤਿਗੁਰੂ ਜੀ ਸਾਨੂੰ ਬਹੁਤ ਪ੍ਰੇਮ ਕਰਦੇ ਨੇ,
ਅਸੀਂ ਕਹਿ ਕੇ ਚੱਲ ਜਾਣਾ, ਤੁਸੀਂ ਸੁਣ ਕੇ ਚੱਲ ਜਾਣਾ। ਪਰ ਜਿੱਦਣ ਅਨੁਭਵ ਹੋ ਗਿਆ, ਜਿੱਦਣ ਮਹਿਸੂਸ ਹੋ ਗਿਆ ਕਿ ਸੱਚਮੁੱਚ ਸਾਨੂੰ ਸਤਿਗੁਰੂ ਪ੍ਰੇਮ ਕਰਦੇ ਆ, ਇੰਨਾ ਪ੍ਰੇਮ ਕਰਦੇ ਕੋਈ ਕਰ ਹੀ ਨਹੀਂ ਸਕਦਾ, ਤੇ ਫਿਰ ਉਦਣ ਸਾਡੇ ਅੰਦਰ ਪ੍ਰੇਮ ਜਾਗਣਾ ਸਤਿਗੁਰਾਂ ਲਈ ਕਿ ਸਤਿਗੁਰੂ ਜੀ ਮੈਨੂੰ ਪ੍ਰੇਮ ਕਰਦੇ ਆ। ਆਪਣਾ ਕੋਈ ਭੈਣ ਭਰਾ, ਕੋਈ ਦੋਸਤ, ਕੋਈ ਯਾਰ ਮਿੱਤਰ ਆਪਾਂ ਨੂੰ ਜੇ ਪ੍ਰੇਮ ਕਰਦਾ ਤੇ ਤਾਂ ਆਪਾਂ ਉਹਨੂੰ ਪ੍ਰੇਮ ਕਰਦੇ ਆ, ਜੇ ਨਹੀਂ ਕਰਦਾ ਤੇ ਆਪਾਂ ਵੀ ਨਹੀਂ ਕਰਦੇ। ਐਵੇਂ ਹੀ ਗੁਰੂ ਤੇ ਸਾਡਾ ਸਾਨੂੰ ਪ੍ਰੇਮ ਕਰਦਾ। ਜਿੱਦਣ ਸਾਨੂੰ ਪਤਾ ਲੱਗੇ ਕਿ ਸਾਡਾ ਗੁਰੂ ਸਾਨੂੰ ਇੰਨਾ ਪ੍ਰੇਮ ਕਰਦਾ, ਇੰਨਾ ਪ੍ਰੇਮ ਕਰਦਾ ਕੋਈ ਕਰ ਹੀ ਨਹੀਂ ਸਕਦਾ, ਫਿਰ ਸਾਡੇ ਮਨ ਵਿੱਚ ਸਾਡੇ ਗੁਰੂ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਪ੍ਰੇਮ ਜਾਗਣਾ। ਤੇ ਸੱਚੇ ਪਾਤਸ਼ਾਹ ਕਹਿੰਦੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਸਾਜ ਕਹੋ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਸ ਗੁਰੂ ਦਾ, ਪਰਮੇਸ਼ਰ ਦਾ ਪ੍ਰੇਮ ਅਨੁਭਵ ਕਰਕੇ, ਮਹਿਸੂਸ ਕਰਕੇ ਸਾਡੇ ਅੰਦਰ ਪ੍ਰੇਮ ਜਾਗਿਆ, ਤੇ ਉਸ ਪ੍ਰੇਮ ਦੇ ਸਦਕਾ ਸਾਨੂੰ ਉਸ ਪਤੀ ਪ੍ਰਮਾਤਮਾ ਦੀ ਪ੍ਰਾਪਤੀ ਹੋਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੋਰ ਕੋਈ ਚੀਜ਼ ਨਹੀਂ ਸੀ ਮੇਰੇ ਵਿੱਚ ਜਿਹੜੀ ਮੈਨੂੰ ਪ੍ਰਮਾਤਮਾ ਨਾਲ ਮਿਲਾ ਦਿੰਦੀ। ਉਹਦਾ ਪ੍ਰੇਮ ਮੈਂ ਵੇਖ ਕੇ, ਉਹਦਾ ਇੰਨਾ ਅਥਾਹ ਪ੍ਰੇਮ ਵੇਖ ਕੇ ਮੇਰੇ ਮਨ ਵਿੱਚ ਉਹਦੇ ਲਈ ਪ੍ਰੇਮ ਜਾਗਿਆ, ਤੇ ਉਸ ਪ੍ਰੇਮ ਨੇ, ਉਸ ਪਿਆਰ ਨੇ ਮੈਨੂੰ ਪ੍ਰਮਾਤਮਾ ਦੇ ਨਾਲ ਮਿਲਾ ਦਿੱਤਾ। ਤੇ ਫਿਰ ਉਹ ਰੂਹ, ਉਹ ਆਤਮਾ ਜਿਹੜੀ ਪ੍ਰਮਾਤਮਾ ਵਿੱਚ ਮਿਲ ਗਈ, ਫਿਰ ਉਹ ਇਹੀ ਸਿਫਤ ਕਰਦੀ ਹੈ ਕਿ ਮੈਂ ਨਹੀਂ ਸੀ ਮਿਲ ਸਕਦੀ ਉਹਨੂੰ, ਉਹਦੇ ਪ੍ਰੇਮ ਨੇ ਹੀ ਖਿੱਚ ਕੇ ਮੈਨੂੰ ਆਪਣੇ ਵਿੱਚ ਮਿਲਾ ਲਿਆ, ਉਹਦੇ ਪ੍ਰੇਮ ਨੇ ਹੀ ਆਪਣੇ ਵੱਲੋਂ ਖਿੱਚ ਪਾ ਲਈ, ਉਹਦੇ ਪ੍ਰੇਮ ਨੇ ਹੀ ਮੈਨੂੰ ਤਾਰ ਦਿੱਤਾ। ਮਾਏ ਨੀ ਮੈਨੂੰ ਉਹਦੀਆਂ ਮੁਹੱਬਤਾਂ ਨੇ ਤਾਰਿਆ, 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 ਮਾਏ ਨੀ ਮੈਨੂੰ ਉਹਦੀਆਂ ਮੁਹੱਬਤਾਂ ਨੇ ਤਾਰਿਆ। ਹੁੰਦਾ ਕੀ ਸਿਦਕ, ਸਤਿਗੁਰਾਂ ਨੇ ਸਿਦਕ ਬਾਰੇ ਬਚਨਾਂ ਨਾਲ ਹੀ ਨਹੀਂ ਸਮਝਾ ਦਿੱਤਾ ਵੀ ਸਿਦਕ ਇਦਾਂ ਰੱਖਿਆ ਜਾਂਦਾ, ਇਹਨੂੰ ਸਿੱਖੀ ਸਿਦਕ ਕਹਿੰਦੇ ਆ। ਬਚਨ ਕਰਕੇ ਨਹੀਂ ਸਮਝਾ ਦਿੱਤਾ, ਸਿਦਕ ਰੱਖ ਕੇ ਦਿਖਾ ਲਿਆ। ਤਤੀਆਂ ਤਵੀਆਂ ਤੇ ਵੀ ਸਿਦਕ। ਗੁਰਮੁਖੋ, ਦੁੱਖ ਦੇ ਵਿੱਚ ਸਿਦਕ ਜਿਹੜਾ ਨਿਭਾਉਣਾ, ਇਹਦੇ ਨਾਲੋਂ ਵੀ ਇੱਕ ਸੁੱਖ ਦੇ ਵਿੱਚ ਜਿਹੜਾ ਸਿਦਕ ਨਿਭਾਉਣਾ ਉਦੋਂ ਵੀ ਔਖਾ। ਕਿਸੇ ਦੀ ਬਹੁਤ ਜ਼ਿਆਦੀ ਚੜ੍ਹਦੀ ਕਲਾ ਹੋ ਜਾਵੇ, ਰਾਜੇ ਮਹਾਰਾਜਿਆਂ ਨੂੰ ਵੀ ਜਿਹਦਾ ਮਾਣ ਸਨਮਾਨ ਜ਼ਿਆਦਾ ਹੋ ਜਾਵੇ, ਹਰ ਪਾਸੇ ਜੈ ਜੈਕਾਰ ਹੋਵੇ, ਉਹ ਪ੍ਰਾਣੀ ਉਦੋਂ ਵੀ ਡੋਲੇ ਨਾ, ਉਦੋਂ ਵੀ ਨਿਮਰਤਾ ਵਿੱਚ ਰਵੇ, ਸਮਝ ਲਓ ਸਭ ਤੋਂ ਵੱਡਾ ਸਿਦਕ ਉਹਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਕਲਗੀਆਂ ਵਾਲੇ ਪਿਤਾ ਪਾਤਸ਼ਾਹ ਜੀ ਦੀ ਆਨੰਦਪੁਰ ਦੀ ਧਰਤੀ ਤੇ ਜੋ ਸ਼ਾਨ ਸੀ ਨਾ, ਉਹ ਰਾਜੇ ਮਹਾਰਾਜਿਆਂ ਨੂੰ ਵੀ ਬਹੁਤ ਜ਼ਿਆਦਾ ਉੱਚੀ ਸੀ। ਇੰਨੀ ਵਡਿਆਈ ਸੀ, ਇੰਨੀ ਚੜ੍ਹਦੀ ਕਲਾ ਸੀ, ਪਰ ਸਤਿਗੁਰੂ ਜੀ ਇੰਨੀ ਚੜ੍ਹਦੀ ਕਲਾ ਦੇਖ ਕੇ, ਇੰਨੀ ਸੋਭਾ ਵਡਿਆਈ ਵੇਖ ਕੇ ਬਸ ਨਿਮਰਤਾ ਵਿੱਚ ਹੀ ਰਹੇ, ਉਹਦੇ ਅੱਗੇ ਪ੍ਰਮਾਤਮਾ ਅੱਗੇ ਝੁਕੇ ਰਹੇ। ਜੇ ਬੰਦਾ ਨਾ ਮਾਣ ਵਡਿਆਈ ਲੈ ਕੇ ਮਾਣ ਹੋ ਜਾਵੇ, ਹੰਕਾਰ ਹੋ ਜਾਵੇ ਕਿ ਮੇਰੀ ਤਾਂ ਬਹੁਤ ਵਡਿਆਈ ਹੁੰਦੀ ਹੈ, ਮੇਰੀ ਤਾਂ ਬਹੁਤ ਜ਼ਿਆਦਾ ਚੜ੍ਹਦੀ ਕਲਾ, ਬਸ ਸਮਝ ਲਓ ਸਿਦਕ ਡੋਲ ਗਿਆ। ਸਤਿਗੁਰਾਂ ਨੇ ਦੋਨੇ ਸਥਿਤੀਆਂ ਦੇ ਵਿੱਚ ਸਿਦਕ ਰੱਖਿਆ, ਤਤੀਆਂ ਤਵੀਆਂ ਤੇ ਵੀ, ਮਾਛੀਵਾੜੇ ਦੇ ਜੰਗਲਾਂ ਵਿੱਚ ਵੀ, ਤੇ ਚੜ੍ਹਦੀ ਕਲਾ ਦੇ ਵਿੱਚ ਵੀ ਸਿਦਕ ਰੱਖਿਆ, ਰੱਖ ਕੇ ਦਿਖਾ ਲਿਆ। ਹੁੰਦਾ ਕੀਏ ਸਿਦਕ ਉਹਨਾਂ ਰੱਖ ਕੇ ਵਿਖਾ ਲਿਆ,
ਹੁੰਦਾ ਕੀਏ ਸਦਕ ਉਹਨਾਂ ਰੱਖ ਕੇ ਵਿਖਾਲਿਆ। ਹੁੰਦਾ ਕੀਏ ਸਿਦਕ ਉਹਨਾਂ ਰੱਖ ਕੇ ਵਿਖਾਲਿਆ। ਹੁੰਦਾ ਕੀਏ ਸਿਦਕ ਉਹਨਾਂ ਰੱਖ ਕੇ ਵਿਖਾਲਿਆ। ਸਾਰੀ ਸੰਗਤ ਪ੍ਰੇਮ ਨਾਲ ਪੜੋ, ਪ੍ਰੇਮ ਨਾਲ। ਮਹਾਰਾਜ ਜੀ ਦੇ ਪ੍ਰੇਮ ਦੇ ਬਚਨ ਨੇ। ਸਾਰੀ ਸੰਗਤ ਬੋਲੇ, ਹਾਲ ਗੂੰਜੇ। ਹੁੰਦਾ ਕੀਏ ਸਦਕ ਉਹਨਾਂ ਰੱਖ ਕੇ ਵਿਖਾਲਿਆ। ਹੁੰਦਾ ਕੀਏ ਸਦਕ ਉਹਨਾਂ ਰੱਖ ਕੇ ਵਿਖਾਲਿਆ। ਹੁੰਦਾ ਕੀਏ ਸਿਦਕ ਉਹਨਾਂ ਰੱਖ ਕੇ ਵਿਖਾਲਿਆ। ਹੁੰਦਾ ਕੀਏ ਸਿਦਕ ਉਹਨਾਂ ਰੱਖ ਕੇ ਵਿਖਾਲਿਆ। ਮਾਏ ਨੀ ਮੈਨੂੰ ਉਹਦੀਆਂ ਮੁਹੱਬਤਾਂ ਨੇ ਤਾਰਿਆ। 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 ਹੁੰਦਾ ਕੀਏ ਸਦਕ ਉਹਨਾਂ ਰੱਖ ਕੇ ਵਿਖਾਲਿਆ। ਹੁੰਦਾ ਕੀਏ ਸਦਕ ਉਹਨਾਂ ਰੱਖ ਕੇ ਵਿਖਾਲਿਆ। ਹੁੰਦਾ ਕੀਏ ਸਿਦਕ ਉਹਨਾਂ ਰੱਖ ਕੇ ਵਿਖਾਲਿਆ। ਹੁੰਦਾ ਕੀਏ ਸਿਦਕ ਉਹਨਾਂ ਰੱਖ ਕੇ ਵਿਖਾਲਿਆ। ਮਾਏ ਨੀ ਮੈਨੂੰ ਉਹਦੀਆਂ ਮੁਹੱਬਤਾਂ ਨੇ ਤਾਰਿਆ। 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 ਤੇ ਫਿਰ ਉਹ ਰੂਹ ਜੋ ਮਿਲੀ ਹੋਈ ਪ੍ਰਮਾਤਮਾ ਨੂੰ ਦੱਸਦੀ ਕਿ ਉਹਦਾ ਪ੍ਰੇਮ ਜਦੋਂ ਮੈਨੂੰ ਅਨੁਭਵ ਹੋਇਆ ਤੇ ਉਹਦੇ ਪ੍ਰਤੀ ਪ੍ਰੇਮ ਮੇਰੇ ਅੰਦਰ ਜਾਗਿਆ। ਬਸ ਉਸ ਪ੍ਰੇਮ ਨੇ ਆਪਣੇ ਵਿੱਚ ਖਿੱਚ ਕੇ ਮਿਲਾ ਲਿਆ। ਹਰ ਜਨ ਹਰ ਦੁਇ ਏਕ ਹੈ, ਬਿਬ ਵਿਚਾਰ ਕਿਛ ਨਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਹੇ ਵਾਲੀ ਵਸਤਾ। ਫਿਰ ਉਸ ਪ੍ਰੇਮ ਦੇ ਵਿੱਚੋਂ ਉੱਠੀ ਤੇ ਉਹਦੇ ਵਿੱਚ ਮਿਲਾ ਦਿੱਤਾ। ਇਹੋ ਜਿਹੀ ਬਖਸ਼ਿਸ਼ ਆਪਾਂ ਸਾਰੇ ਜਾਣੇ ਲੈ ਸਕਦੇ ਹਾਂ। ਉਹਦਾ ਪ੍ਰੇਮ ਆਪਾਂ ਸਾਰੇ ਜਾਣੇ ਪਾ ਸਕਦੇ ਹਾਂ। ਐਸਾ ਨਹੀਂ ਹੈ ਕਿ ਕਿਸੇ ਇੱਕ ਜਾਂ ਦੋ ਨੂੰ ਉਹਦਾ ਪ੍ਰੇਮ ਮਾਨਣ ਦਾ ਹੱਕ ਹੈ, ਸਾਰਿਆਂ ਨੂੰ ਹੀ ਹੱਕ ਹੈ। ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਮਨੁੱਖਾ ਦੇਹੀ ਦਿੱਤੀ ਹੀ ਇਸ ਕਰਕੇ ਹੈ, ਆਪਾਂ ਨੂੰ ਮਿਲੀ ਹੀ ਇਸ ਕਰਕੇ। ਕਈ ਵਾਰੀ ਆਪਾਂ ਆਪਣੇ ਅੰਦਰ ਸਵਾਲ ਉੱਠਦਾ ਕਿ ਮੈਂ ਵੀ ਪ੍ਰਮਾਤਮਾ ਨੂੰ ਮਿਲ ਸਕਦਾ, ਕਿ ਮੈਨੂੰ ਵੀ ਪ੍ਰਮਾਤਮਾ ਮਿਲ ਸਕਦਾ। ਵੀ ਜਦ ਤੈਨੂੰ ਮਨੁੱਖਾ ਦੇਹੀ ਮਿਲੀ ਹੈ ਤੇ ਮਨੁੱਖਾ ਦੇਹੀ ਤੇ ਮਿਲੀ ਹੀ ਪ੍ਰਮਾਤਮਾ ਨੂੰ ਮਿਲਣ ਵਾਸਤੇ ਹੈ। ਸੱਚੇ ਪਾਤਸ਼ਾਹ ਕਹਿੰਦੇ ਭਈ ਪਰਾਪਤ ਮਾਨੁਖ ਦੀ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਸ ਆਪਾਂ ਆਤਮ ਵਿਸ਼ਵਾਸ ਖੋ ਬੈਠੇ
ਆਪਾਂ ਸੋਚਦੇ ਹਾਂ ਕਿ ਇਹ ਕੰਮ ਮੈਂ ਨਹੀਂ ਕਰ ਸਕਦਾ, ਫਲਾਣੇ ਨੇ ਤੇ ਕਰ ਲਿਆ ਹੈ, ਸ਼ਾਇਦ ਉਹ ਵੀ ਦੂਸਰਾ ਬੰਦਾ ਵੀ ਕਰ ਲੂ, ਪਰ ਮੈਂ ਨਹੀਂ ਕਰ ਸਕਦਾ। ਅਸੀਂ ਆਤਮ ਵਿਸ਼ਵਾਸ ਹੋ ਚੁੱਕੇ ਹਾਂ ਹਰ ਪੱਖ ਤੋਂ, ਪਰਮਾਤਮਿਕ ਪੱਖ ਤੋਂ ਵੀ, ਆਰਥਿਕ ਪੱਖ ਤੋਂ ਵੀ, ਸਮਾਜਿਕ ਪੱਖ ਤੋਂ ਵੀ। ਹੁਣ ਆਰਥਿਕ ਪੱਖ ਤੋਂ ਅਸੀਂ ਦੇਖੋ ਕਿੰਨਾ ਆਤਮ ਵਿਸ਼ਵਾਸ ਹੋ ਚੁੱਕੇ ਹਾਂ ਕਿ ਸਾਡਾ ਮੁਲਕ ਜਿਹੜਾ ਗਰੀਬ ਹੈ, ਅਸੀਂ ਇੱਥੇ ਰਹਿ ਕੇ ਅਮੀਰ ਨਹੀਂ ਹੋ ਸਕਦੇ, ਅਸੀਂ ਇੱਥੇ ਰਹਿ ਕੇ ਚੰਗੀ ਜ਼ਿੰਦਗੀ ਨਹੀਂ ਜੀ ਸਕਦੇ। ਕਿਉਂ ਨਹੀਂ ਵੀ ਜੀ ਸਕਦੇ? ਜੇ ਅਸੀਂ ਇੱਥੇ ਰਹਿ ਕੇ ਮਿਹਨਤ ਕਰੀਏ, ਡਿਸਿਪਲਿਨ ਵਧੀਆ ਬਣਾਈਏ, ਅਸੀਂ ਆਪਣੇ ਮੁਲਕ ਨੂੰ ਵਧੀਆ ਕਿਉਂ ਨਹੀਂ ਬਣਾ ਸਕਦੇ? ਬਾਹਰਲੇ ਮੁਲਕ ਕਿਉਂ ਵਧੀਆ ਹਨ? ਕਿਉਂਕਿ ਉੱਥੇ ਡਿਸਿਪਲਿਨ ਦੀ ਪਾਲਣਾ ਹੈ। ਉੱਥੇ ਕਿਸੇ ਨੇ ਕੂੜਾ ਵੀ ਬਾਲਟੀ ਵਿੱਚ ਸਿੱਟਣਾ, ਬਾਹਰ ਨਹੀਂ ਸਿੱਟਣਾ। ਤੇ ਸਾਡਾ ਡਿਸਿਪਲਿਨ ਕਿੱਥੇ ਹੈ? ਸਾਡਾ ਡਿਸਿਪਲਿਨ ਹੀ ਹੈ ਨਹੀਂ। ਅਸੀਂ ਆਪਣੇ ਡਿਸਿਪਲਿਨ ਤੋਂ, ਆਪਣੇ ਕਾਨੂੰਨ ਤੋਂ ਵਾਂਝੇ ਰਹਿ ਗਏ ਹਾਂ। ਇਸ ਕਰਕੇ ਅਸੀਂ ਆਪਣੇ ਮੁਲਕ ਨੂੰ ਗਰੀਬ ਸਮਝੀ ਜਾਂਦੇ ਹਾਂ। ਸਾਡਾ ਮੁਲਕ ਗਰੀਬ ਨਹੀਂ, ਅਸੀਂ ਗਰੀਬ ਨਹੀਂ। ਆਪਾਂ ਇੱਥੇ ਬਾਹਰ ਵਾਲੇ ਸੁੱਖ, ਬਾਹਰ ਵਾਲੀ ਸਫਾਈ, ਬਾਹਰ ਵਾਲਾ ਡਿਸਿਪਲਿਨ ਬਣਾ ਸਕਦੇ ਹਾਂ ਜੇ ਹਰ ਇੱਕ ਇਨਸਾਨ ਆਪਣੀ ਜ਼ਿੰਮੇਵਾਰੀ ਸਮਝੇ, ਹਰ ਇੱਕ ਪ੍ਰਾਣੀ ਆਪਣੀ ਜ਼ਿੰਮੇਵਾਰੀ ਸਮਝੇ। ਪਹਿਲਾਂ ਅਸੀਂ ਆਪਣੇ ਘਰ ਨੂੰ ਸਵਾਰੀਏ, ਜੇ ਘਰ ਨੂੰ ਸਵਾਰ ਲਿਆ ਅਸੀਂ ਪਿੰਡ ਨੂੰ ਸਵਾਰਨਾ ਸ਼ੁਰੂ ਕਰੀਏ। ਜਦੋਂ ਹਰ ਇੱਕ ਪ੍ਰਾਣੀ ਆਪਣੇ ਘਰ ਨੂੰ ਸਵਾਰਨਾ ਸ਼ੁਰੂ ਕਰੂਗਾ, ਸਾਰਾ ਪਿੰਡ ਸਵਾਰਿਆ ਜਾਣਾ। ਹੁਣ 40-45 ਘਰ ਹੈ ਨਾਲਾਂ ਵਿੱਚ, ਜੇ ਸਾਰੇ ਕਹਿਣ ਵੀ ਮੈਂ ਆਪੋ ਆਪਣੇ ਘਰ ਦੇ ਮੋਹਰਿਓਂ ਵੀ ਸਾਫ਼ ਰੱਖਣਾ ਤੇ ਘਰ ਨੂੰ ਵੀ ਸਾਫ਼ ਰੱਖਣਾ, ਸਾਰਾ ਪਿੰਡ ਸਵਾਰਿਆ ਗਿਆ। ਤੇ ਫਿਰ ਜੇ ਸਾਰਾ ਇਲਾਕਾ ਇਹ ਸੋਚਣ ਲੱਗ ਪਏ, ਸਾਰਾ ਇਲਾਕਾ, ਫਿਰ ਸਾਰਾ ਪੰਜਾਬ, ਫਿਰ ਪੂਰਾ ਹਿੰਦੁਸਤਾਨ ਸਵਾਰਿਆ ਜਾ ਸਕਦਾ। ਜੇ ਸਾਰਿਆਂ ਦੇ ਅੰਦਰ ਇਹ ਜਾਗਰੂਕਤੀ ਆਵੇ ਆਪਣੇ ਆਪ ਨੂੰ ਸਵਾਰਨ ਦੀ, ਵੀ ਅਸੀਂ ਜਿੱਥੇ ਬੈਠੇ ਆ ਇਹਨੂੰ ਹੀ ਸਵਰਗ ਬਣਾਉਣਾ। ਅਸੀਂ ਕਹਿੰਦੇ ਅਮਰੀਕਾ ਸਵਰਗ ਹੈ, ਕੈਨੇਡਾ ਸਵਰਗ ਹੈ, ਇੰਗਲੈਂਡ ਸਵਰਗ ਹੈ, ਬਸ ਉਸ ਸਵਰਗ ਦੇ ਸੁਪਨੇ ਲੈਣੇ ਵੀ ਅਸੀਂ ਉੱਥੇ ਸਵਰਗ ਵਿੱਚ ਜਾਣਾ। ਤੇ ਜੇ ਅਸੀਂ ਕਿਤੇ ਸੁਪਨਾ ਲੈ ਲਈਏ ਅਸੀਂ ਆਪਣੇ ਮੁਲਕ ਨੂੰ ਸਵਰਗ ਬਣਾਉਣਾ ਹੈ, ਹੋ ਹੀ ਨਹੀਂ ਸਕਦਾ ਆਪਣਾ ਮੁਲਕ ਸਵਰਗ ਨਾ ਬਣੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਜੇ ਸੁਪਨਾ ਲਈਏ ਅਸੀਂ ਆਪਣੇ ਪਰਿਵਾਰ ਨੂੰ ਗੁਰਸਿੱਖੀ ਨਾਲ ਜੋੜਨਾ ਹੈ। ਤੁਸੀਂ ਆਪਣੇ ਪਰਿਵਾਰ ਨੂੰ ਜੋੜਨਾ ਤੇ ਤੁਹਾਡੇ ਪਰਿਵਾਰ ਦੇ ਜੁੜਦਿਆਂ ਤੁਸੀਂ ਦੇਖਣਾ ਸਾਰਾ ਪਿੰਡ ਹੀ ਜੁੜ ਗਿਆ। ਤੁਸੀਂ ਆਪਣਾ ਪਰਿਵਾਰ ਜੋੜਿਆ, ਇਹਨਾਂ ਨੇ ਆਪਣਾ ਜੋੜਿਆ, ਉਹਨਾਂ ਨੇ ਆਪਣਾ ਜੋੜਿਆ, ਸਾਰਾ ਪਿੰਡ ਜੁੜ ਗਿਆ। ਬਸ ਗੱਲ ਇਹ ਵੀ ਅਸੀਂ ਆਤਮ ਵਿਸ਼ਵਾਸ ਹੋ ਚੁੱਕੇ ਹਰ ਪੱਖ ਤੋਂ, ਗੁਰੂ ਪੱਖ ਤੋਂ ਵੀ। ਸਾਨੂੰ ਆਤਮ ਵਿਸ਼ਵਾਸ ਹੀ ਨਹੀਂ ਕਿ ਸਾਡੇ ਸਤਿਗੁਰੂ ਜੀ ਐਸੇ ਸਤਿਗੁਰੂ ਨੇ, ਹਾਜ਼ਰ ਨਾਜ਼ਰ ਨੇ, ਜਿਨ੍ਹਾਂ ਨੂੰ ਗੁਰੂ ਕਹਾਉਣ ਦਾ ਮਾਣ ਰੁਤਬਾ ਪ੍ਰਾਪਤ ਹੋਇਆ ਹੈ, ਜਿਹੜੇ ਗਿਆਨ ਦਾ ਸਾਗਰ ਨੇ, ਜਿਹੜੇ ਹਰ ਪੱਖ ਤੋਂ ਆਪਣਾ ਆਤਮ ਮਾਰਗ ਕਰਦੇ ਨੇ। ਅਸੀਂ ਸਮਾਜਿਕ ਜੀਵਨ ਕਿਹੋ ਜਿਹਾ ਬਤੀਤ ਕਰਨਾ ਹੈ, ਅਸੀਂ ਰੱਬ ਦੇ ਨਾਲ ਜੁੜਨਾ ਕਿਵੇਂ ਹੈ, ਕਿਹੜੇ ਕਰਮ ਕਾਂਡਾਂ ਤੋਂ ਅਸੀਂ ਉੱਪਰ ਉੱਠਣਾ ਹੈ, ਉਹ ਸਾਰੀ ਸੋਝੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਿੰਦੇ ਨੇ। ਜੇ ਸਾਡਾ ਇਹ ਭਰੋਸਾ ਹੋਵੇ ਕਿ ਸਾਡੇ ਸਤਿਗੁਰਾਂ ਵਰਗਾ ਹੋਰ ਕੋਈ ਗ੍ਰੰਥ ਨਹੀਂ ਤੇ ਕੋਈ ਪੰਥ ਨਹੀਂ ਤੇ ਕੋਈ ਇਹੋ ਜਿਹਾ ਗੁਰੂ ਨਹੀਂ ਜਿਹੜਾ ਸਾਨੂੰ ਇਹੋ ਜਿਹਾ ਗਿਆਨ ਦੇ ਦੇਵੇ, ਸਾਡਾ ਪਹਿਲਾਂ ਆਤਮ ਵਿਸ਼ਵਾਸ ਇੱਥੇ ਬਣ ਜਾਵੇ, ਇਹਦੇ ਵਰਗਾ ਹੋਰ ਕੋਈ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਖਰੀ ਧਾਰਨਾ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੁੱਖ ਰੱਖ ਕੇ ਤੇ ਸਮਾਪਤੀ ਉਸ ਤੋਂ ਉਪਰੰਤ ਆਪਣੇ ਪਾਸ ਭਾਈ ਸਿੰਘ, ਭਾਈ ਜਸਪਾਲ ਸਿੰਘ ਜੀ, ਗੁਰਵਿੰਦਰ ਸਿੰਘ ਜੀ, ਇਹਨਾਂ ਦਾ ਰਾਗੀ ਜਥਾ ਆਇਆ ਹੋਇਆ ਹੈ। ਉਹ 45 ਮਿੰਟ ਵਾਸਤੇ ਕੀਰਤਨ ਦੇ ਨਾਲ ਸੇਵਾ ਕਰਨਗੇ। ਸਾਰੀਆਂ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਉਹਨਾਂ ਪਾਸੋਂ ਕੀਰਤਨ ਸਰਵਣ ਕਰਨਾ ਹੈ। ਇੱਕ ਦੋ ਬੇਨਤੀਆਂ ਮੈਂ ਆਪ ਜੀਆਂ ਨੂੰ ਪਹਿਲਾਂ ਸਰਵਣ ਕਰਵਾ ਦੇਵਾਂ। ਸੋ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ, ਕਿਰਪਾ ਦੇ ਨਾਲ, ਸੋ ਬਾਹਰਲੀ ਸੰਗਤ ਦੀ ਪ੍ਰੇਰਨਾ ਦੇ ਨਾਲ, ਜਿਹੜੇ ਆਪਣੇ ਵੀਰ ਬਾਹਰ ਗਏ ਨੇ ਨਾ ਵਿਦੇਸ਼ਾਂ ਦੇ ਵਿੱਚ, ਕੋਈ ਅਮਰੀਕਾ, ਕੋਈ ਕੈਨੇਡਾ, ਕੋਈ ਇੰਗਲੈਂਡ, ਉਹਨਾਂ ਵੀਰਾਂ ਨੂੰ ਆਪਣੇ ਨਗਰਾਂ ਦਾ, ਆਪਣੇ ਇਲਾਕੇ ਦਾ, ਆਪਣੇ ਪੰਜਾਬ ਦਾ ਬਹੁਤ ਜ਼ਿਆਦਾ ਫਿਕਰ ਹੈ। ਫਿਕਰ ਕਰਕੇ ਹੀ ਉਹ ਆਪਣੇ ਨਗਰਾਂ ਵਿੱਚ ਗੁਰਮਤਿ ਸਮਾਗਮ ਕਰਵਾਉਂਦੇ ਨੇ ਅਤੇ ਹੋਰ ਵੀ ਬਹੁਤ ਸਾਰੇ ਉਪਰਾਲੇ ਕਰਦੇ ਨੇ ਕਿ ਆਪਣਾ ਜਿਹੜਾ ਇਲਾਕਾ ਜਾਂ ਆਪਣਾ ਜਿਹੜਾ ਪੰਜਾਬ ਗੁਰਸਿੱਖੀ ਦੇ ਨਾਲ ਜੁੜਿਆ ਰਹੇ। ਜਿਹੜੀ ਧਰਤੀ ਸਾਡੇ ਗੁਰੂਆਂ ਦੀ ਹੈ, ਸਾਡੇ ਪੀਰਾਂ ਪਕੰਬਰਾਂ ਦੀ ਹੈ, ਸੰਤਾਂ ਮਹਾਂਪੁਰਸ਼ਾਂ ਦੀ ਹੈ, ਇਸ ਧਰਤੀ ਤੇ ਜਿਹੜਾ ਨਸ਼ੇ ਦਾ ਹੜ੍ਹ ਵਗਿਆ ਉਹਨੂੰ ਬੰਨ ਲੱਗ ਜਾਵੇ ਤਾਂ ਇੱਥੇ ਜਿਹੜੀ ਸਿੱਖੀ ਪ੍ਰਫੁੱਲਤ ਹੋਵੇ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਦੇ ਵਿੱਚ ਇੱਕ ਧਾਰਨਾ ਆਪਾਂ ਪੜ੍ਹੀਏ ਕਿ ਸਾਨੂੰ ਆਪਣੇ ਸਤਿਗੁਰਾਂ ਤੇ ਹਮੇਸ਼ਾ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਸਤਿਗੁਰਾਂ ਵਰਗਾ ਹੋਰ ਕੋਈ ਨਹੀਂ।
ਬਹੁ ਮਾਣਕ ਰਿੰਦੀਆਂ ਸਾਹਿਬ ਜੀ ਤੇਰੇ ਜਿਹਾ ਗੁਰ ਮੇਰਾ। ਬਹੁ ਮਾਣਕ ਰਿੰਦੀਆਂ ਸਾਹਿਬ ਜੀ ਤੇਰੇ ਜਿਹਾ ਗੁਰ ਮੇਰਾ। ਬਹੁ ਮਾਣ ਕਰਿੰਦੀਆਂ ਸਾਹਿਬ ਜੀ ਤੇਰੇ ਜਿਹਾ ਗੁਰ ਮੇਰਾ। ਬਹੁ ਮਾਣ ਕਰਿੰਦੀਆਂ ਸਾਹਿਬ ਜੀ ਤੇਰੇ ਜਿਹਾ ਗੁਰ ਮੇਰਾ। ਉੱਚੀ ਹੋ ਬੈੰਦੀਆਂ ਸਾਹਿਬ ਜੀ ਤੇਰੇ ਜਿਹਾ ਗੁਰ ਮੇਰਾ। ਉੱਚੀ ਹੋ ਬੈੰਦੀਆਂ ਸਾਹਿਬ ਜੀ ਤੇਰੇ ਜਿਹਾ ਗੁਰ ਮੇਰਾ। ਉੱਚੀ ਹੋ ਬੈੰਦੀਆਂ ਸਾਹਿਬ ਜੀ ਤੇਰੇ ਜਿਹਾ ਗੁਰ ਮੇਰਾ। ਉੱਚੀ ਹੋ ਬੈੰਦੀਆਂ ਸਾਹਿਬ ਜੀ ਤੇਰੇ ਜਿਹਾ ਗੁਰ ਮੇਰਾ। ਬਹੁ ਮਾਣਕ ਰਹਿੰਦੀਆਂ ਸਾਹਿਬ ਜੀ ਤੇਰੇ ਜਿਹਾ ਗੁਰ ਮੇਰਾ। ਬਹੁ ਮਾਣਕ ਰਹਿੰਦੀਆਂ ਸਾਹਿਬ ਜੀ ਤੇਰੇ ਜਿਹਾ ਗੁਰ ਮੇਰਾ। ਬਹੁ ਮਾਣ ਕਰਿੰਦੀਆਂ ਸਾਹਿਬ ਜੀ ਤੇਰੇ ਜਿਹਾ ਗੁਰ ਮੇਰਾ। ਬਹੁ ਮਾਣ ਕਰਿੰਦੀਆਂ ਸਾਹਿਬ ਜੀ ਤੇਰੇ ਜਿਹਾ ਗੁਰ ਮੇਰਾ। ਭੁੱਲ ਚੁੱਕ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਨੇ, ਸੰਗਤ ਬਖਸ਼ਣਹਾਰ ਹੈ। ਕਿਰਪਾ ਕਰਨ ਸਤਿਗੁਰੂ ਗਰੀਬ ਨਵਾਜ ਅਤੇ ਸੰਗਤ ਅਰਦਾਸ ਕਰੇ ਕਿ ਸਾਨੂੰ ਸਟੇਜ ਤੇ ਬੋਲਣ ਦੀ ਸੂਝ ਬੂਝ ਬਖਸ਼ਿਸ਼ ਕਰਨ, ਬਲ ਬਖਸ਼ਿਸ਼ ਕਰਨ, ਵਿਵੇਕ ਬੁੱਧ ਬਖਸ਼ਿਸ਼ ਕਰਨ। ਆਓ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।